ਧਾਲੀਵਾਲ ਸਾਹਿਬ ਇੱਕ ਜ਼ਿਲ੍ਹਾ ਇੰਚਾਰਜ ਲਾਇਆ ਮਰੇਕੋਟਲਾ ਤੇ ਉਹਦੇ ਪਹਿਲਾ ਪਰਚਾ ਦਰਜ ਹੈ ਐਮਐਲਏ ਦੀ ਮਤਲਬ ਕੋਠੀ ਤੇ ਹਮਲਾ ਕੀਤਾ ਸੀਗਾ ਕੀ ਕਹੋਗੇ ਉਹਦੇ ਕ੍ਰਿਮੀਨਲ ਮੈਨੂੰ ਉਹਦਾ ਪਤਾ ਨਹੀਂ ਹੈ। ਦੇਖੋ ਅੱਜ ਆਪਾਂ ਇਹਨਾਂ ਸੰਦਾਂ ਦੇ ਵਿੱਚ ਜਿਹੜਾ ਸਕੈਮ ਹੋਇਆ ਘਟਾਲਾ ਹੋਇਆ ਅਸੀਂ ਹੁਣ ਇਦਾਂ ਦਾ ਸਾਰਾ ਸਿਸਟਮ ਤਿਆਰ ਕਰਦੇ ਹਾਂ ਕਿ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਕਿਸਾਨ ਦੀ ਹੱਥ ਦਾ ਮਤ ਕਰ ਲਈ ਚਾਹਦਾ। ਦੇਖੋ ਇਹਦੇ ਤੇ 50% ਸਬਸਿਡੀ ਹੈ ਔਰ ਕਿਸਾਨਾਂ ਨੂੰ ਕਹਾਂਗੇ ਕਿ ਤੁਸੀਂ ਯਾਰ ਜੋ ਵੀ ਤੁਹਾਨੂੰ ਮਦਦ ਚਾਹੀਦੀ ਉਹ ਮਦਦ ਇਦਾਂ ਦਾ ਸਿਸਟਮ ਡਿਵੈਲਪ ਕਰ ਦਾਂਗੇ ਕਿ ਕੋਈ ਸਰਪੰਚ ਪੰਚ ਕੋਈ BDO ਕੋਈ ਸੈਕਟਰੀ ਕੋਈ DDPO ਇੱਕ ਦੀਵਾਨੀ ਦੀ ਕਰਪਸ਼ਨ ਨਾ ਕਰ ਸਕੇ ਜੀ। ਅਸੀਂ ਇਦਾਂ ਦਾ ਸਿਸਟਮ ਡਿਵੈਲਪ ਕਿਸਾਨੀ ਲਈ ਆਧੁਨਿਕ ਤਕਨੀਕ ਨਾਲ ਖੇਤੀਬਾੜੀ ਮਸ਼ੀਨਰੀ ਤਿਆਰ ਕਰਨ ਵਾਲੀ ਪੰਜਾਬ ਦੀ ਨਾਮੀ ਕੰਪਨੀ ਲੈਂਡਫੋਰਸ ਅਮਰਗੜ੍ਹ ਵਿਖੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਝੋਨੇ ਦੀ ਪਰਾਲ ਨੂੰ ਸਾਂਭਣ ਲਈ ਕੰਪਨੀ ਵੱਲੋਂ ਬਣਾਏ ਸੁਪਰ ਸੀਡਰ ਅਤੇ ਹੋਰ ਮਸ਼ੀਨਰੀ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਹਲਕਾ ਅਮਰਗੜ੍ਹ ਤੋਂ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਰ ਮਾਜਰਾ ਅਤੇ ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਮਾਨ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਖੇਤੀਬਾੜੀ ਮੰਤਰੀ ਨੇ ਜਿੱਥੇ ਕਿਸਾਨਾਂ ਨੂੰ ਪਰਾਲ ਨੂੰ ਅੱਗ ਨਾ ਲਾ ਕੇ ਮਸ਼ੀਨਰੀ ਦੀ ਵਰਤੋਂ ਕਰਨ ਦੀ ਗੁਜ਼ਾਰਿਸ਼ ਕੀਤੀ, ਉੱਥੇ ਹੀ ਮਲੇਰਕੋਟਲਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਲਾਏ ਜ਼ਿਲ੍ਹਾ ਇੰਚਾਰਜ ਬਾਰੇ ਪੁੱਛੇ ਜਾਣ ਤੇ ਕੋਈ ਸਪਸ਼ਟ ਜਵਾਬ ਨਾ ਦਿੰਦਿਆਂ ਮਹਿਜ ਟਾਲ ਮਟੋਲ ਵਾਲਾ ਰਵੱਈਆ ਹੀ ਅਪਣਾਇਆ। ਕੰਪਨੀ ਦੇ MD ਸਵਰਨਜੀਤ ਸਿੰਘ ਪਨੇਸਰ ਅਤੇ ਸਰਬਜੀਤ ਸਿੰਘ ਪਨੇਸਰ ਨੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਫੈਕਟਰੀ ਪਹੁੰਚਣ ਤੇ ਸਵਾਗਤ ਕਰਦਿਆਂ ਵਿਸ਼ੇਸ਼ ਧੰਨਵਾਦ ਕੀਤਾ। ਬਿਊਰੋ ਰਿਪੋਰਟ ਨਿਊਜ਼ ਟੂਡੇ ਪੰਜਾਬ। ਇਸ ਵਕਤ ਖੇਤੀ ਦੇ ਸੰਦ ਬਣਾਉਣ ਵਾਲੀ ਪੰਜਾਬ ਦੀ ਇੱਕ ਬਹੁਤ ਵੱਡੀ ਕੰਪਨੀ ਲੈਂਡਫੋਰਸ ਜਿਹੜੀ ਅਮਰਗੜ੍ਹ ਦੇ ਵਿੱਚ ਹੈ ਉੱਥੇ ਬੈਠੇ ਮੇਰੇ ਨਾਲ ਸਾਡੇ ਐਗਰੀਕਲਚਰ ਡਿਪਾਰਟਮੈਂਟ ਦੇ ਸੈਕਟਰੀ ਥਿੰਦ ਸਾਹਿਬ, ਸਾਡੇ ਡਾਇਰੈਕਟਰ ਗਲਵਿੰਦਰ ਸਿੰਘ ਜੀ, ਸਾਡੇ ਜੁਆਇੰਟ ਡਾਇਰੈਕਟਰ ਜੀ ਔਰ ਸਾਡੇ ਇਸ ਹਲਕੇ ਦੇ MLA ਗੱਜਰ ਮਾਜਰਾ ਜੀ। मैं एक्चुअली क्योंकि झोने का सीजन आ गया, कटाई का मौसम आ चलिया जल्दी, तो सरदार भगवंत सिंह मान जी की सरकार ने फैसला किया कि असी हर संभव कोशिश करनी है कि किसी भी तरह जी पंजाब दे पराली ना साड़ी जाए और पंजाब नूं जिहड़ा प्रदूषण तो जिहड़ा मुक्त करना ਉਹਦੇ ਵਾਸਤੇ ਜਿਹੜੇ ਚੰਗੇ ਸੰਦ ਚਾਹੀਦੇ ਜਿਹਦੇ ਲਈ ਪੰਜਾਬ ਖੇਤੀਬਾੜੀ ਡਿਪਾਰਟਮੈਂਟ ਜਿਹੜਾ ਸਬਸਿਡੀਆਂ ਦਿੰਦਾ ਉਹਦੇ 'ਚ ਇੱਕ ਜਿਹੜਾ ਸੁਪਰ ਸੀਡਰ ਹੈ ਇਹ ਜਿਹੜਾ ਕੰਪਨੀ 'ਚ ਆਪਾਂ ਬੈਠੇ ਆ ਜਿਹੜੀਆਂ ਪੰਜਾਬ ਦੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਸੁਪਰ ਸੀਡਰ ਬਣਾਉਂਦੀਆਂ ਉਹਨਾਂ 'ਚੋਂ ਇੱਕ ਕੰਪਨੀ ਆ। ਮੇਰਾ ਇੱਥੇ ਆਉਣ ਦਾ ਮੰਤਵ ਇਹ ਹੈ ਕਿ ਜੋ ਸਰਕਾਰ ਦੇ ਮਾਪਦੰਡ ਨੇ ਮਸ਼ੀਨ ਲਈ ਕੀ ਆਇਆ ਵਾਕਿਆ ਹੀ ਉਹ ਮਾਪਦੰਡ ਪੂਰੇ ਨੇ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਵੀ ਹਾਲਤ ਦੇ ਵਿੱਚ ਜਿੱਦਾਂ ਪਿਛਲੇ ਸਾਲ ਪਿਛਲੀ ਸਰਕਾਰ ਦੇ ਮੌਕੇ ਤੇ ਇਹਨਾਂ ਸੰਦਾਂ ਦੇ ਵਿੱਚ ਜਿਹੜਾ ਸਕੈਮ ਹੋਇਆ ਘਟਾਲਾ ਹੋਇਆ ਅਸੀਂ ਹੁਣ ਇਦਾਂ ਦਾ ਸਾਰਾ ਸਿਸਟਮ ਤਿਆਰ ਕਰਦੇ ਹਾਂ ਕਿ ਕਿਸੇ ਵੀ ਹਾਲਤ ਦੇ ਵਿੱਚ ਨਾ ਤਾਂ ਕੋਈ ਗੜਬੜ ਹੋਵੇ, ਨਾ ਸਾਡੇ ਜਿਹੜੇ ਕਾਰਖਾਨੇਦਾਰ ਨੇ ਇੰਡਸਟਰੀ ਵਾਲੇ ਜਿਹੜੇ ਇਹ ਸੰਦ ਬਣਾ ਰਹੇ ਆ ਨਾ ਉਹਨਾਂ ਨੂੰ ਕੋਈ ਘਾਟਾ ਪਵੇ ਔਰ ਨਾ ਹੀ ਕਿਤੇ ਪੰਜਾਬ ਦੇ ਕਿਸਾਨ ਦਾ ਕੋਈ ਨੁਕਸਾਨ ਹੋਵੇ। ਮੈਂ ਬਸ ਉਹ ਟੈਕਨੀਕਲੀ ਜਿਹੜੇ ਮਾਪਦੰਡ ਆ ਉਹ ਦੇਖਣਾ ਹੈ ਤੇ ਮੈਂ ਉਹ ਅੰਦਰ ਦੇਖਣ ਲੱਗਾ ਕਿਉਂਕਿ ਵੱਡੀ ਕੰਪਨੀ ਹੈ। ਮੈਂ ਪਹਿਲਾਂ ਸਵੇਰੇ ਪਟਿਆਲੇ ਦੇ ਵਿੱਚ ਗਿਆ ਸੀਗਾ, ਉੱਥੋਂ ਦੇਖ ਕੇ ਆਇਆ, ਹੋਰ ਵੀ ਜਾਵਾਂਗੇ ਮਲੇਰਕੋਟਲਾ ਇੱਕ ਹੋਰ ਕੰਪਨੀ ਵੀ ਦੇਖਾਂਗੇ ਸ਼ਾਮ ਤੱਕ ਇਸੇ ਗੱਲ ਤੇ ਆ। ਇਹ ਸ਼ੋਧ ਕਰਨਾ ਚਾਹੁੰਦੇ ਆ ਕਿ ਪੰਜਾਬ ਦੀ ਜਿਹੜੀ ਖੇਤੀ ਆ ਉਹਨੂੰ ਕਿੱਦਾਂ ਪੈਦਾ ਸਿਰ ਕਰਨਾ, ਪੰਜਾਬ ਦੇ ਕਿਸਾਨ ਦਾ ਭਲਾ ਜਿਹੜਾ ਕਿੱਦਾਂ ਕਰਨਾ, ਉਸ ਵਾਸਤੇ ਮੈਂ ਆਇਆ ਔਰ ਹੁਣੇ ਆਪਾਂ ਦੇਖਾਂਗੇ। ਔਰ ਮੈਂ ਤੁਹਾਡੇ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਐਤਕਾਂ ਸਰਕਾਰ ਕਿਸੇ ਵੀ ਢੰਗ ਦੇ ਨਾਲ ਕੋਈ ਸਕੈਮ ਨਹੀਂ ਹੋਣ ਦਊਗੀ, ਘਟਾਲਾ ਨਹੀਂ ਹੋਣ ਦਊਗੀ। ਔਰ ਸਭ ਨੂੰ ਬੇਨਤੀ ਕਰੂੰਗਾ ਤੁਹਾਡੇ ਰਾਹੀਂ ਕਿ ਆਪਾਂ ਪਰਾਲੀ ਨੂੰ ਸਾੜਨਾ ਨਹੀਂਗਾ, ਪਰਾਲੀ ਨੂੰ ਪੈਲੀ ਦੇ ਵਿੱਚ ਜਜ਼ਬ ਕਰਨਾ, ਖਤਮ ਕਰਨਾ। ਜੇ ਆਪਾਂ ਸਾੜਾਂਗੇ ਸਾਡੀ ਸਿਹਤ ਦੇ ਉੱਤੇ, ਸਾਡੇ ਵਾਤਾਵਰਨ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ ਔਰ ਆਂਢ ਗੁਆਂਢ ਦੇ ਸੂਬਿਆਂ 'ਤੇ ਵੀ ਉਹਦਾ ਅਸਰ ਜਾਂਦਾ।
ਸੋ ਆਪਾਂ ਨਹੀਂ ਚਾਹੁੰਦੇ ਕਿ ਕੋਈ ਪਰਾਲੀ ਸਾਰੇ ਸਭ ਕਿਸਾਨਾਂ ਨੂੰ ਇਹ ਬੇਨਤੀ ਹੈ ਕਿ ਉਹ ਸਬਸਿਡੀ ਦਾ ਲਾਭ ਉਠਾਉਣ। ਪਿਛਲੇ ਸਾਲ ਵੀ ਬਹੁਤ ਸੁਪਰ ਸੀਡਰ ਗਏ, ਐਤਕਾਂ ਵੀ ਜਾਣਗੇ। ਜੇ ਕਿਤੇ ਨਹੀਂ ਹੈ ਉਹ ਸਾਡੇ ਨਾਲ ਸੰਪਰਕ ਕਰਨ, ਸਾਡੇ ਮਹਿਕਮੇ ਨਾਲ ਸੰਪਰਕ ਕਰਨ, ਸਾਡੇ ਜਿਹੜੇ ਬਲਾਕ ਤੇ ਸਾਡੇ ਬਲਾਕ ਅਫਸਰ ਨੇ ਉਹਨਾਂ ਨਾਲ ਸੰਪਰਕ ਕਰਨ, ਸਾਡੇ ਚੀਫ ਐਗਰੀਕਲਚਰ ਅਫਸਰ ਜਿਹੜੇ ਨੇ ਜ਼ਿਲ੍ਹਿਆਂ ਵਿੱਚ ਉਹਨਾਂ ਨਾਲ ਸੰਪਰਕ ਕਰਨ। ਬਸ ਉਹਨਾਂ ਨੂੰ ਇਹ ਬੇਨਤੀ ਹੈ ਵੀ ਕਿਸੇ ਵੀ ਹਾਲਤ ਦੇ 'ਚ ਪਰਾਲੀ ਨੂੰ ਅੱਗ ਨਾ ਲਾਓ। ਅਸੀਂ ਸੈਂਟਰ ਕੋਲ ਪੈਸਾ ਜਿਹੜਾ ਮੰਗਿਆ, ਕਿਉਂਕਿ ਜਦੋਂ ਆਪਾਂ ਪਰਾਲੀ ਨੂੰ ਵਾਹੁੰਦੇ, ਮੈਂ ਆਪ ਖੁਦ ਕਿਸਾਨ ਹਾਂ, ਇਹਨੂੰ ਜਜ਼ਬ ਕਰਨ ਲਈ ਕਈ ਵਾਰ ਆਪਾਂ ਨੂੰ 4-4 5-5 ਪੈੜਾਂ ਜਿਹੜੀਆਂ ਪਾਉਣੀਆਂ ਪੈਂਦੀਆਂ, ਵਾਹੁਣਾ ਪੈਂਦਾ ਉਹਨੂੰ। ਕਦੀ ਤਵੀਆਂ ਨਾਲ ਵਾਹੁੰਦੇ ਆ, ਕਦੀ ਕੁਛ ਕਰਦੇ ਆ। ਉਹਦੇ 'ਤੇ ਤੇਲ ਜਿਹੜਾ ਬਹੁਤ ਮਹਿੰਗਾ ਅੱਜ ਦੇ ਯੁੱਗ ਵਿੱਚ। ਅਸੀਂ ਕਿਸਾਨ ਦੀ ਹਰ ਤਰ੍ਹਾਂ ਦਾ ਮਦਦ ਕਰਨ ਲਈ ਤਿਆਰ ਹਾਂ। ਦੇਖੋ ਇਹਦੇ 'ਤੇ 50% ਸਬਸਿਡੀ ਹੈ ਔਰ ਕਿਸਾਨਾਂ ਨੂੰ ਕਹਾਂਗੇ ਕਿ ਤੁਸੀਂ ਯਾਰ ਜੋ ਵੀ ਤੁਹਾਨੂੰ ਮਦਦ ਚਾਹੀਦੀ ਉਹ ਮਦਦ ਲਓ, ਪਰ ਪਰਾਲੀ ਨੂੰ ਅੱਗ ਨਹੀਂ ਲਾਓ। ਡਬਲ ਨੁਕਸਾਨ ਹੁੰਦਾ, ਜਿੱਥੇ ਸਾਡੀ ਸਿਹਤ ਨਾਲ ਖਿਲਵਾੜ ਹੁੰਦਾ, ਪ੍ਰਦੂਸ਼ਣ ਹੁੰਦਾ, ਉੱਥੇ ਨਾਲ ਦੀ ਨਾਲ ਖੇਤੀ ਵਾਸਤੇ ਸਾਡੀ ਜ਼ਮੀਨ ਦੇ ਵਿੱਚ ਜਿਹੜੇ ਸਾਡੇ ਮਿੱਤਰ ਕੀੜੇ ਆ ਉਹ ਵੀ ਵਿਚਾਰੇ ਵਿੱਚੇ ਸੜ ਜਾਂਦੇ, ਸਾਡਾ ਉਹ ਵੀ ਨੁਕਸਾਨ ਹੋ ਰਿਹਾ। ਇਸ ਕਰਕੇ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਕਿਸਾਨਾਂ ਗਾੜੀ ਹੱਥ ਵੀ ਜੋੜਾਂਗੇ, ਸਭ ਕੁਝ ਕਰਾਂਗੇ, ਉਹਨਾਂ ਦੀ ਹੈਲਪ ਵੀ ਕਰਾਂਗੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਐਤਕਾਂ 100% ਪਰਾਲੀ ਨੂੰ ਅੱਗ ਨਾ ਲੱਗੇ। ਉਹ ਜਿੱਦਾਂ ਦਾ ਰਿਸਪੌਂਸ ਮਿਲ ਰਿਹਾ ਪੰਜਾਬ 'ਚ, ਬਹੁਤ ਲੋਕ ਮਿਲਦੇ ਆ, ਆਉਂਦੇ ਆ ਸਾਡੇ ਕੋਲ ਦਫ਼ਤਰਾਂ ਦੇ ਵਿੱਚ, ਮਾਨ ਸਾਹਿਬ ਨੂੰ ਮਿਲ ਕੇ ਜਾਂਦੇ ਆ। ਸਾਨੂੰ ਲੱਗਦਾ ਕਿ ਐਤਕਾਂ ਕਾਫੀ ਕਾਮਯਾਬੀ ਮਿਲੂਗੀ। ਅਸੀਂ ਪੰਜਾਬ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਨਾਲ ਵੀ 2-3 ਦਿਨਾਂ ਮੀਟਿੰਗਾਂ ਹੋਈਆਂ, ਉਹਨਾਂ ਨੂੰ ਵੀ ਇਹ ਗੱਲ ਕਹੀ ਕਿ ਤੁਸੀਂ ਵੀ ਮਤਲਬ ਪ੍ਰੇਰਿਤ ਕਰੋ, ਥੱਲੇ ਅਸੀਂ ਮਦਦ ਕਰਾਂਗੇ ਕਿਸਾਨਾਂ ਨੂੰ। ਤੁਸੀਂ ਵੀ ਕਹੋ ਕਿ ਉਹ ਪਰਾਲੀ ਨੂੰ ਅੱਗ ਨਾ ਲਾਓ। ਅਸੀਂ ਦੇਖੋ ਕੋਈ 12,450 ਤੋਂ ਉੱਪਰ ਪਿੰਡ ਨੇ, 13,000 ਦੇ ਲਾਗੇ ਪੰਚਾਇਤ। ਹਰ ਪਿੰਡ ਤੱਕ ਪਹੁੰਚ ਕਰਨੀ ਅਜੇ ਤਾਂ 5 ਮਹੀਨੇ ਹੋਏ ਸਰਕਾਰ ਨੂੰ, ਔਰ ਬਹੁਤ ਸਾਰੇ ਲੋਕਾਂ ਤੇ ਐਕਸ਼ਨ ਵੀ ਕੀਤਾ, ਬਹੁਤ ਸਾਰੇ ਲੋਕਾਂ ਨੂੰ ਸਮਝਾ ਰਹੇ। ਮੈਂ ਤੁਹਾਨੂੰ ਇਹ ਮਤਲਬ ਵਾਅਦੇ ਨਾ ਕਹਿ ਸਕਦਾ ਜੀ, ਮੈਨੂੰ ਯਕੀਨ ਹੈ ਆਪਣੇ ਮੁੱਖ ਮੰਤਰੀ ਦੇ ਉੱਤੇ। ਇੱਦਾਂ ਦਾ ਸਿਸਟਮ ਡਿਵੈਲਪ ਕਰ ਦਾਂਗੇ ਕਿ ਕੋਈ ਸਰਪੰਚ, ਪੰਚ, ਕੋਈ BDO, ਕੋਈ ਸੈਕਟਰੀ, ਕੋਈ DDPO ਇੱਕ ਦੀਵਾਨੀ ਦੀ ਕਰਪਸ਼ਨ ਨਾ ਕਰ ਸਕੇ ਜੀ। ਅਸੀਂ ਇੱਦਾਂ ਦਾ ਸਿਸਟਮ ਡਿਵੈਲਪ ਕਰਦੇ, ਇੱਦਾਂ ਦਾ ਲੱਗਿਆ ਕਰਨਾ ਸੀ। ਅਸੀਂ ਚਾਹੁੰਦੇ ਹਾਂ ਕਿ ਜਿਹੜਾ GST ਦਾ ਪੈਸਾ, ਲੋਕਾਂ ਦਾ ਪੈਸਾ ਜਿਹੜਾ ਪਿੰਡਾਂ ਦੇ ਵਿੱਚ ਆਉਂਦਾ, ਗ੍ਰਾਂਟਾਂ ਦੇ ਰੂਪ ਦੇ ਵਿੱਚ ਆਉਂਦਾ, ਉਸ ਪੈਸੇ ਦੀ ਜਿਹੜੀ ਦੁਰਵਰਤੋਂ ਨਾ ਹੋਵੇ। ਅਸੀਂ ਹਰ ਸੰਭਵ ਕੋਸ਼ਿਸ਼ ਕਰਨੀ ਆ ਕਿ ਕਰਪਸ਼ਨ ਜਿਹੜੀ ਆ ਬੰਦ ਕਰ ਦਿੱਤੀ ਜਾਵੇ। ਪਹਿਲੀ ਗੱਲ ਤਾਂ ਇਹ ਆ, ਵੇਖੋ ਜੇ ਸਰਕਾਰ ਦੀ ਨੀਅਤ ਤੇ ਨੀਤੀ ਕਲੀਅਰ ਹੈ, ਜੇ ਮੰਤਰੀਆਂ ਦੀ ਨੀਤੀ ਕਲੀਅਰ ਹੈ, ਇਹ ਉੱਪਰ ਆ ਸਰ, ਜੇ ਉੱਪਰੋਂ ਕਰਪਸ਼ਨ ਠੀਕ ਹੁੰਦੀ ਨਹੀਂ ਥੱਲੇ ਆ ਗਈ ਸਭ ਕੁਝ ਠੀਕ ਹੋ ਜਾਊਗਾ। ਸਾਡਾ ਮੁੱਖ ਮੰਤਰੀ ਇਮਾਨਦਾਰ ਹੈ, ਸਾਡੇ ਮੰਤਰੀ ਇਮਾਨਦਾਰ ਨੇ, ਸਾਡੇ MLA ਇਮਾਨਦਾਰ ਨੇ। ਤੁਸੀਂ ਦੇਖਿਓ ਉੱਤੋਂ ਚੱਲਦਾ ਸਾਰਾ ਕੰਮ ਜਿਹੜਾ ਠੀਕ ਕਰਦਾ। ਘਬਰਾਓ ਨਾ। ਧਾਲੀਵਾਲ ਸਾਹਿਬ ਇੱਕ ਜ਼ਿਲ੍ਹਾ ਇੰਚਾਰਜ ਲਾਇਆ ਮਰੇਕੋਟਲਾ ਤੇ, ਉਹਦੇ ਪਹਿਲਾ ਪਰਚਾ ਦਰਜ ਹੈ, MLA ਦੀ ਮਤਲਬ ਕੋਠੀ ਤੇ ਹਮਲਾ ਕੀਤਾ ਸੀਗਾ। ਕੀ ਕਹੋਗੇ ਉਹਦੇ ਕ੍ਰਿਮੀਨਲ? ਮੈਨੂੰ ਉਹਦਾ ਪਤਾ ਨਹੀਂ ਹੈ। ਦੇਖੋ ਅੱਜ ਆਪਾਂ ਸਾਡਾ ਮੰਤਵ ਹੋ ਰਿਹਾ ਹੁੰਦਾ ਜੀ। ਜਿੱਦਣ ਮੈਂ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਕਰਨਾ ਹੈ, ਉਦੋਂ ਮੈਂ ਤੁਹਾਨੂੰ ਇਹਦਾ ਜਵਾਬ ਦਊਂਗਾ। ਮੈਂ ਪੂਰੀ ਤਿਆਰੀ ਕਰਕੇ ਆਊਂਗਾ, ਪਰ ਅੱਜ ਆਪਣਾ ਮੰਤਵ ਇੰਨਾ। ਇਹਦੇ ਤੇ ਜੇ ਕੋਈ ਤੁਸੀਂ ਸਵਾਲ ਪੁੱਛਣਾ ਹੋਰ ਪੁੱਛ ਸਕਦੇ। ਅੱਜ ਇੱਥੇ ਲੈਂਡ ਫੋਰਸ ਅਮਰਗੜ੍ਹ ਦਸ਼ਮੇਸ਼ ਕੰਪਨੀ ਵਿਖੇ ਸਰਦਾਰ ਕੁਲਦੀਪ ਸਿੰਘ ਜੀ ਧਾਲੀਵਾਲ ਮੰਤਰੀ ਸਾਹਿਬ ਔਰ ਜਸਵੰਤ ਸਿੰਘ ਜੀ ਗੱਜਣ ਮਾਜਰਾ ਸਾਹਿਬ ਔਰ ਦੇਵ ਸਿੰਘ ਜੀ ਮਾਨ ML ਸਾਹਿਬ, ਉਹਨਾਂ ਨੇ ਔਰ ਅਰਸ਼ਦੀਪ ਸਿੰਘ ਜੀ ਔਰ ਡਾਇਰੈਕਟਰ ਐਗਰੀਕਲਚਰ ਔਰ ਜੁਆਇੰਟ ਡਾਇਰੈਕਟਰ ਐਗਰੀਕਲਚਰ, ਸੈਕਟਰੀ ਸਾਹਿਬ ਐਗਰੀਕਲਚਰ, ਉਹ ਸਾਰਿਆਂ ਨੇ ਇੱਥੇ ਵਿਜ਼ਿਟ ਕੀਤਾ। ਔਰ ਕਾਫੀ ਸਾਡੇ ਫਾਰਮਰ ਭਰਾਵਾਂ ਨੇ ਕਾਫੀ ਵੱਡੀ ਤਾਦਾਦ ਦੇ ਵਿੱਚ ਸ਼ਿਰਕਤ ਕੀਤਾ। ਉਹ ਇੱਥੇ ਹੈ ਵੀ ਅਸੀਂ ਸ਼ੁਰੂ ਤੋਂ ਹੀ ਸਾਡੀ ਕੰਪਨੀ ਨੇ ਕੁਆਲਿਟੀ ਪ੍ਰੋਡਕਟ ਬਣਾਏ ਨੇ। ਅੱਜ ਉਹਨਾਂ ਦੇ ਤਹਿਤ, ਕਿਉਂਕਿ ਪੰਜਾਬ ਗੌਰਮੈਂਟ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਇੰਪਲੀਮੈਂਟਾਂ 'ਤੇ, ਔਰ ਉਹਨਾਂ ਦੀ ਕੜੀ ਦੇ ਵਿੱਚ ਹੀ ਜਿੱਦਾਂ ਮੰਤਰੀ ਸਾਹਿਬ ਵਿਜ਼ਿਟ ਕਰਕੇ ਗਏ ਨੇ, ਤਾਂ ਕਿ ਵੀ ਹਾਂਜੀ ਉਹ ਜਿਹੜੇ ਪ੍ਰੋਡਕਟ ਨੇ ਜਿਨ੍ਹਾਂ ਦੇ ਉੱਪਰ ਸਬਸਿਡੀ ਦਿੱਤੀ ਜਾ ਰਹੀ ਆ ਕਿ ਉਹ ਪੂਰੇ ਮਾਪਦੰਡਾਂ ਦੇ ਉੱਪਰ ਉੱਦਾਂ ਹੀ ਫਾਰਮਰ ਨੂੰ ਸਪਲਾਈ ਹੁੰਦੇ ਨੇ। ਉਹਦੇ ਤਹਿਤ ਅੱਜ ਮੰਤਰੀ ਸਾਹਿਬ ਇੱਥੇ ਵਿਜ਼ਿਟ ਕਰਕੇ ਗਏ ਨੇ। ਕਿਹੜੇ ਪ੍ਰੋਡਕਟ ਨੇ ਦੇਖੇ ਨੇ ਜਿਹੜੇ ਕਿਹੜੇ ਮਾਰਕੀਟ ਦੇ ਵਿੱਚ ਚੱਲ ਰਹੇ? ਉਹਦੇ 'ਚ ਮੋਸਟਲੀ ਚੱਲਦਾ ਹੀ ਅੱਜ ਕੱਲ੍ਹ ਸੁਪਰ ਸੀਡਰ ਔਰ ਰਿਵਰਸੀਬਲ ਪਲਾਓ, ਮਲਚਰ, ਜਿਨ੍ਹਾਂ ਦੇ ਉੱਪਰ ਮੰਨ ਲਓ ਗੌਰਮੈਂਟ ਸਬਸਿਡੀ ਦੇ ਰਹੀ ਹੈ, ਉਹ ਸਟਰਾਪ ਮੈਨੇਜਮੈਂਟ ਲਈ, ਤਾਂ ਕਿ ਫਾਰਮਰ ਅੱਗ ਨਾ ਲਗਾਉਣ ਔਰ ਉਹਨਾਂ ਨੂੰ ਵਿੱਚ ਹੀ ਇਨਕਾਰਪੋਰੇਟ ਕਰਕੇ ਔਰ ਜ਼ਮੀਨ ਦੀ ਜਿਹੜੀ ਹੈਗੀ ਹੈ
ਉਹ ਵੀ ਮੰਨ ਲਓ ਉੱਦਾਂ ਹੀ ਉਪਜਾਊ ਸ਼ਕਤੀ ਉੱਦਾਂ ਬਹਾਲ ਰੱਖੀ ਜਾਵੇ ਔਰ ਪੋਲੂਸ਼ਨ ਤੋਂ ਬਚਿਆ ਜਾ ਸਕੇ। ਔਰ ਮੰਨ ਲਓ ਸਿੰਗਲ ਪਾਸ ਦੇ ਵਿੱਚ ਜਿਹੜੀ ਹੈਗੀ ਹੈ ਵਿਦਆਊਟ ਬਰਨਿੰਗ ਵਿਦਆਊਟ ਕਲਟੀਵੇਸ਼ਨ ਡਾਇਰੈਕਟ ਸੋਇੰਗ ਕੀਤੀ ਜਾ ਸਕੇ, ਉਹਨਾਂ ਮਸ਼ੀਨਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਕਿ ਜ਼ਿਮੀਂਦਾਰ ਦਾ ਜੋ ਵੀ ਹੈ ਉਹਦੇ ਪਰ ਖਰਚਾ ਵੀ ਘੱਟ ਆਵੇ, ਡੀਜ਼ਲ ਘੱਟ ਹੋ ਗਿਆ ਔਰ ਟਾਈਮ ਦੀ ਵੀ ਘੱਟ ਤੋਂ ਘੱਟ ਮੰਨ ਲਓ ਵਰਤੋਂ ਹੋਵੇ ਉਹਦੇ ਵਿੱਚ ਸਾਰਾ। ਜਿੱਦਾਂ ਹੁਣ ਮੰਨ ਲਓ ਗੌਰਮੈਂਟ ਦੀਆਂ ਗਾਈਡਲਾਈਨਸ ਨੇ ਔਰ ਅਸੀਂ ਵੀ ਉਹ ਕਰਕੇ ਖੁਸ਼ ਹਾਂ ਵੀ ਹਾਂ ਜੀ ਜੋ ਵੀ ਕੰਮ ਹੈ ਜਿਹੜਾ ਸਹੀ, ਜੋ ਵੀ ਕੋਈ ਸਕੀਮ ਆਉਂਦੀ ਹੈ ਉਹ ਸਹੀ ਫਾਰਮਰ ਤੱਕ ਉਹਦੇ ਘਰ ਤੱਕ ਪਹੁੰਚ ਜਾਵੇ ਔਰ ਕੋਈ ਵੀ ਉਹਦੀ ਦੁਰਵਰਤੋਂ ਨਾ ਕਰ ਸਕੇ। ਅਸੀਂ ਵੀ ਉਹਦੇ ਹੱਕ ਦੇ ਵਿੱਚ ਹੈਗੇ ਹਾਂ। ਪਰ ਉਹਦੇ ਵਿੱਚ ਜਿੱਦਾਂ ਹੁਣ ਸੀਰੀਅਲ ਨੰਬਰ ਨੇ ਅੱਗੇ ਪੰਚ ਹੁੰਦਾ ਸੀਗਾ, ਹੁਣ ਉਹਨੂੰ ਲੇਜ਼ਰ ਟੈਕਨੀਕ ਰਾਹੀਂ ਉਹਦੇ ਵਿੱਚ ਮੰਨ ਲਓ ਕਟਿੰਗ ਕਰਕੇ ਉਹਨੂੰ ਮੰਨ ਲਓ ਲਿਖਿਆ ਜਾ ਰਿਹਾ, ਉਹਨੂੰ ਮੰਨ ਲਓ ਚੇਂਜ ਕਰਨਾ ਸੰਭਵ ਨਹੀਂ ਹੈਗਾ। ਇਹ ਨਵੀਂ ਟੈਕਨੋਲੋਜੀ ਨਾਲ ਕੀਤਾ ਜਾ ਰਿਹਾ। ਮੁਸ਼ਕਿਲਾਂ ਤੁਸੀਂ ਦੱਸੀਆਂ ਹੋਣੀਆਂ, ਕੀ ਉਹਨਾਂ ਨੇ ਭਰੋਸਾ ਦਿਵਾਇਆ ਜਿਹੜੀਆਂ ਮੁਸ਼ਕਿਲਾਂ ਖਾਸ ਤੌਰ ਤੇ ਜਿਹੜਾ ਖੇਤੀਬਾੜੀ ਸੰਦਾਂ ਨੂੰ ਲੈ ਕੇ ਜਿਹੜੀ ਮਸ਼ੀਨਰੀ ਬਣਾ ਰਹੇ ਹੋ ਉਹਨਾਂ ਨੂੰ ਜਿਹੜੇ ਉਦਯੋਗ ਨੂੰ ਆ ਰਹੀਆਂ? ਦੇਖੋ ਉਹਦੇ ਵਿੱਚ ਕੀ ਹੈ, ਜਿਹੜੀਆਂ ਹੁਣ ਕੁਛ ਤਾਂ ਜਿੱਦਾਂ ਹੁਣ ਕਿਉਂਕਿ ਜਿਹੜੇ ਗੌਰਮੈਂਟ ਆਫ ਇੰਡੀਆ ਦੇ ਵੀ ਹੈਗੀਆਂ ਪਾਲਿਸੀਆਂ ਜਿਹਦੇ ਵਿੱਚ ਜਿੱਦਾਂ ਹੁਣ ਜਿਹੜਾ ਰॉ ਮਟੀਰੀਅਲ ਹੈ ਉਹਦੀ ਕੋਈ ਸਟੇਬਿਲਿਟੀ ਨਹੀਂ ਰਹਿੰਦੀ, ਕਿਉਂਕਿ ਉਹ ਸਟੇਬਿਲਿਟੀ ਨਾ ਹੋਣ ਕਰਕੇ ਜਿਹੜਾ ਰੇਟ ਨੂੰ ਉੱਦਾਂ ਹੀ ਮੰਨ ਲਓ ਆਪਾਂ ਕਨਸਟੈਂਟ ਇੱਕ ਰੇਟ ਆਪਾਂ ਜਿਹੜਾ ਮਾਰਕੀਟ ਦੇ ਵਿੱਚ ਦੇ ਸਕੀਏ। ਉਹਦੇ ਚਲੋ ਸਬਸਿਡੀ ਦੇ ਵਿੱਚ ਸਾਡੇ ਰੇਟ ਅਪਰੂਵ ਹੋਏ ਵੀ ਨੇ, ਅਸੀਂ ਉਹਦੇ ਵਿੱਚ ਘੱਟ ਵੱਧ ਕੁਝ ਨਹੀਂ ਕਰ ਸਕਦੇ, ਪਰ ਉਹਦੇ ਵਿੱਚ ਨੁਕਸਾਨ ਕੰਪਨੀਆਂ ਦਾ ਕਾਫੀ ਜ਼ਿਆਦਾ ਹੋ ਜਾਂਦਾ ਕਿਉਂਕਿ ਨਾ ਵੱਧ ਕੀਤਾ ਜਾ ਸਕਦਾ ਉਹਦੇ ਵਿੱਚ ਕੁਝ ਨਹੀਂ, ਕਿਉਂਕਿ ਰੇਟ ਨੇ ਜਿਹੜੇ ਉਹ ਸਾਡੇ ਬਾਉਂਡ ਕਰੇ ਹੁੰਦੇ ਨੇ ਵੀ ਹਾਂਜੀ ਇਹ ਰੇਟ ਦੇ ਉੱਪਰ। ਪਰ ਉਹ ਵੀ ਹੈ ਵੀ ਜਦੋਂ ਹੁਣ ਕੁਆਲਿਟੀ ਜਿਹੜੀ ਪ੍ਰੋਡਕਟ ਦੀ ਗੱਲ ਹੈ ਉਹ ਤਾਂ ਹੁਣ ਤੁਸੀਂ ਉਹ ਗੱਲ ਹੈ ਵੀ ਜਿੰਨਾ ਗੁੜ ਪਾਉਂਗੇ ਉਹਨਾਂ ਮਿੱਠਾ। ਤੇ ਹੁਣ ਐ ਵੀ ਕਿਉਂਕਿ ਅਸੀਂ ਕਦੇ ਵੀ ਉਹ ਸਸਤੇ ਵਾਲੇ ਪਾਸੇ ਨਹੀਂ, ਕਿਉਂਕਿ ਜਿਹੜਾ ਸਾਡਾ ਇਨਫਰਾਸਟ੍ਰਕਚਰ ਹੈ ਜਾਂ ਜਿਹੜੀ ਸਾਡੀ ਟੈਕਨੋਲੋਜੀ ਹੈ ਜਾਂ ਸਾਡਾ ਜਿਹੜਾ ਮਤਲਬ ਸ਼ੁਰੂ ਤੋਂ ਕੰਪਨੀ ਦਾ ਇੱਕੋ ਹੀ ਮੋਟਿਵ ਹੈ ਵੀ ਹਾਂਜੀ ਕੁਆਲਿਟੀ ਪ੍ਰੋਡਕਟ ਹੀ ਬਣਾਉਣਾ ਤਾਂ ਕਿ ਉਹ ਸਸਤਾ ਰੋਵੇ, ਇੱਕ ਵਾਰ ਮਹਿੰਗਾ ਰੋਵੇ ਵਾਰ-ਵਾਰ। ਅਸੀਂ ਉਹ ਟੈਕਨੋਲੋਜੀ ਨਹੀਂ ਕਰਦੇ ਵੀ ਹਾਂਜੀ ਕਸਟਮਰ ਨੂੰ ਦੇਣ ਵਾਸਤੇ ਕਹਿੰਦੇ ਕੁਆਲਿਟੀ ਪ੍ਰੋਡਕਟ ਬਣਾਓ ਤਾਂ ਕਿ ਹਮੇਸ਼ਾ ਕੁਆਲਿਟੀ ਕਰਕੇ ਯਾਦ ਰੱਖੇ ਸਾਨੂੰ ਕੋਈ ਵੀ। ਇੱਕ ਨਾ ਟ੍ਰੇਡ ਬੰਦ ਹੋਇਆ ਹੈ, ਕਿੰਨਾ ਕੁ ਮਤਲਬ ਜਿਸ ਤਰ੍ਹਾਂ ਹੁਣ ਜੇ ਟ੍ਰੇਡ ਖੁੱਲ੍ਹ ਜਾਂਦਾ ਤਾਂ ਕਿੰਨਾ ਕੁ ਇੰਡਸਟਰੀ ਨੂੰ ਫਾਇਦਾ ਹੋਊਗਾ ਪਾਕਿਸਤਾਨ ਨਾਲ ਜਿਹੜਾ ਆਪਣਾ ਗੁਆਂਢੀ ਮੁਲਕ ਨਾਲ? ਕੀ ਕਹੋਗੇ ਕਿੰਨੀ ਕੁ ਤੁਹਾਡੀ ਅੱਗੇ ਮਸ਼ੀਨ ਜਾਂਦੀ ਸੀ, ਹੁਣ ਕੀ ਹਾਲਾਤ? ਦੇਖੋ ਉਹਦੇ ਵਿੱਚ ਕੀ ਹੈ, ਦੇਖੋ ਦੋਵਾਂ ਕੰਟਰੀਆਂ ਦਾ ਨੁਕਸਾਨ ਹੈ ਔਰ ਇੰਡੀਆ ਦਾ ਵੀ, ਪਰ ਉਹ ਜੇ ਟ੍ਰੇਡ ਖੁੱਲ੍ਹ ਜਾਂਦਾ ਉਹਦੇ 'ਚ ਦੋਹਾਂ ਕੰਟਰੀਆਂ ਦਾ ਬਹੁਤ ਫਾਇਦਾ ਹੋਣਾ। ਪਰ ਉਹ ਐ ਵੀ ਕੰਮ ਮੰਨ ਲਓ ਇੰਡੀਆ ਗੌਰਮੈਂਟ ਦੀਆਂ ਆਪਣੀਆਂ ਪਾਲਿਸੀਆਂ ਨੇ, ਉਹਦੇ 'ਚ ਤਾਂ ਗੌਰਮੈਂਟਾਂ ਨੇ ਦੇਖਣਾ ਹੁੰਦਾ ਕਿਉਂਕਿ ਉਹ ਵੀ ਆਪਣੇ ਕਿਸੇ ਵੀ ਹਿੱਤ ਦੇ ਲਈ ਨਹੀਂ, ਉਹ ਹੁਣ ਐ ਵੀ ਦੇਸ਼ ਦੇ ਹਿੱਤ ਦੇ ਵਿੱਚ ਜੋ ਬਿਹਤਰ ਹੈ ਉਹਨਾਂ ਨੇ ਉਹੀ ਕਰਨਾ। ਪਹਿਲਾਂ ਮਸ਼ੀਨਰੀ ਜਾਂਦੀ ਸੀ, ਪਹਿਲਾਂ ਜਾਂਦੀ ਸੀ ਤੇ ਹੁਣ ਬੰਦ ਹੋਈ? ਹੁਣ ਬੰਦ ਹੋਈ। ਨੁਕਸਾਨ ਹੋ ਰਿਹਾ ਕਿਤੇ ਨਾ ਕਿਤੇ? ਨੁਕਸਾਨ ਤਾਂ ਬਿਲਕੁਲ ਹੁੰਦਾ ਹੀ ਹੈ ਜੀ, ਦੇਖੋ ਦੋਵੇਂ ਪਾਸੇ ਹੁੰਦਾ। ਉਹ ਆਪਾਂ ਇਹ ਨਹੀਂ ਹੈਗੇ ਵੀ ਇੰਡੀਆ ਦਾ ਹੀ ਪਾਕਿਸਤਾਨ ਦਾ ਵੀ ਹੁੰਦਾ, ਦੋਵਾਂ ਦਾ ਹੁੰਦਾ। ਤੇ ਉਹ ਵੀ ਜੇ ਖੋਲ੍ਹਦੀ ਗੌਰਮੈਂਟ ਉਹਦੇ ਨਾਲ ਮੰਨ ਲਓ ਜਿਹੜੇ ਦਵੱਲੇ ਸੰਬੰਧ ਨੇ ਉਹ ਚੰਗੇ ਹੁੰਦੇ ਨੇ ਔਰ ਦੋਹਾਂ ਨਾਲ ਮੁਲਕਾਂ ਨੂੰ ਫਾਇਦਾ ਹੁੰਦਾ। ਖਾਸ ਕਰਕੇ ਜਿਹੜਾ ਸਰਹੱਦ ਦੇ ਉੱਪਰ ਜਿੱਦਾਂ ਆਪਣਾ ਹੁਣ ਪੰਜਾਬ ਵਸ ਰਿਹਾ ਹੈ ਉਹਦੇ ਵਿੱਚ ਡਾਇਰੈਕਟਲੀ ਇਹਦੇ ਵਿੱਚ ਦੋਵੇਂ ਇਫੈਕਟ ਹੁੰਦੇ ਆ, ਮੰਨ ਲਓ ਨੈਗੇਟਿਵ ਵੀ ਪੋਜ਼ਿਟਿਵ ਵੀ। ਜੇ ਕਦੇ ਹੁਣ ਖੁੱਲ੍ਹਦਾ ਤਾਂ ਇੱਥੇ ਬਿਜ਼ਨਸ ਵੀ ਵੱਧ ਮਿਲਦਾ, ਪਰ ਜੇ ਕਦੇ ਪ੍ਰੋਬਲਮ ਆਉਂਦੀ ਆ ਤਾਂ ਨੁਕਸਾਨ ਵੀ ਵੱਧ ਹੁੰਦਾ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਹਾਂਜੀ, ਕੀ ਨਾਮ ਕੀ ਹੈ ਤੁਹਾਡਾ ਜੀ? ਸਰ ਮੇਰਾ ਨਾਮ ਜਗਪ੍ਰੀਤ ਮਸਤਾਨਾ ਜੀ ਜੀ। ਤੇ ਮੈਂ ਲੈਂਡ ਫੋਰਸ ਦਸ਼ਮੇਸ਼ ਮਕੈਨੀਕਲ ਵਰਕਸ ਸੇਲਸ ਐਂਡ ਮਾਰਕੀਟਿੰਗ ਪੂਰੇ ਪੈਨ ਇੰਡੀਆ ਦਾ ਹੈੱਡ ਕਰਦਾ। ਜੀ। ਤੇ ਅੱਜ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਜਿਹੜੇ ਮੰਤਰੀ ਸਾਹਿਬ ਸਾਡੀ ਫੈਕਟਰੀ 'ਚ ਚਰਨ ਪਾ ਕੇ ਗਏ ਨੇ ਤੇ ਉਹਨਾਂ ਨੇ ਸਿਰਫ ਇਸ ਪੱਧਰ 'ਤੇ ਮੀਟਿੰਗ ਬੁਲਾਈ ਸੀ ਕਿ ਪਿਛਲੇ ਸਾਲ ਜੋ ਵੀ ਸਕੈਮ ਹੋਇਆ ਜਾਂ ਜੋ ਵੀ ਕਹਿ ਲਓ ਮਸ਼ੀਨਾਂ ਜ਼ਿਮੀਂਦਾਰਾਂ ਤੱਕ ਪਹੁੰਚੀਆਂ ਨਹੀਂ, ਉਹ ਦੇਖਣ ਆਏ ਸੀਗੇ ਕਿ ਜਿਹੜੀ ਮਤਲਬ ਸਰਕਾਰ ਨੇ ਹਦਾਇਤਾਂ ਜਾਰੀਆਂ ਕੀਤੀਆਂ ਉਸ ਹਿਸਾਬ ਨਾਲ ਕੰਮ ਹੋ ਰਿਹਾ ਕਿ ਨਹੀਂ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਜਿਹੜੀ ਮੇਨ ਹਦਾਇਤ ਹੈ ਇਹਨਾਂ ਦੀ ਕਿ ਇੱਧਰ ਸੀਰੀਅਲ ਨੰਬਰ 5 ਹੋਣਾ ਚਾਹੀਦਾ, ਉਹ ਅਸੀਂ ਹੁਣ ਕਰਨ ਲੱਗੇ ਹਾਂ ਤੇ ਮੰਤਰੀ ਸਾਹਿਬ ਨੇ ਆਪ ਡਾਇਰੈਕਟਰ ਸਾਹਿਬ ਮੰਤਰੀ ਸਾਹਿਬ ਨੇ ਆਪ ਅੰਦਰ ਜਾ ਕੇ ਪੂਰਾ ਦੇਖਿਆ ਤੇ ਉਹ ਬਿਲਕੁਲ ਸੰਤੁਸ਼ਟ ਗਏ ਨੇ। ਸਬਸਿਡੀ ਕਿਸਾਨਾਂ ਨੂੰ ਸਬਸਿਡੀ ਦੇ ਰਹੇ, ਕੀ ਪ੍ਰੋਸੈਸ ਆ, ਉਹ ਕਿਵੇਂ ਮਿਲ ਸਰ ਪ੍ਰੋਸੈਸ ਦੇਖੋ, ਪਹਿਲਾਂ ਤਾਂ ਜ਼ਿਮੀਂਦਾਰ ਨੂੰ 15 ਅਗਸਤ ਤੱਕ ਅਪਲਾਈ ਕਰਨਾ ਸੀਗਾ ਸਬਸਿਡੀ। ਹੁਣ ਡੀਸੀ ਪੱਧਰ ਤੇ ਉਹਨਾਂ ਨੇ ਡਰਾਅ ਕੱਢੇ ਨੇ, ਮੇਰੇ ਖਿਆਲ ਕੱਲ ਸਾਰੇ ਡਰਾਅ ਉਹਨਾਂ ਨੇ ਆਲਰੇਡੀ ਕੱਢਤੇ ਹੋਏ ਨੇ ਤੇ ਹੁਣ ਜਿਨ੍ਹਾਂ ਦੇ ਨਾਂ ਸ਼ਾਰਟ ਲਿਸਟ ਹੋਏ ਨੇ ਜਾਂ ਡੀਸੀ ਨੇ ਸ਼ਾਰਟ ਲਿਸਟ ਕੀਤਾ, ਉਹ ਹੁਣ ਸਾਡੇ ਡੀਲਰਾਂ ਕੋਲ ਜਾ ਕੇ ਸਬਸਿਡੀ ਦਾ ਫਾਇਦਾ ਲੈ ਸਕਦੇ ਨੇ। ਤੇ ਸਾਡੇ ਡੀਲਰਾਂ ਕੋਲ ਤੁਸੀਂ ਆਲਰੇਡੀ ਟਰੱਕ ਦੇਖੋ ਲੋਡਡ ਨੇ, ਸਾਡੇ ਡੀਲਰਾਂ ਕੋਲ ਆਲਰੇਡੀ ਮਾਲ ਪਹੁੰਚਿਆ ਹੋਇਆ ਤੇ ਜਿਹੜੀ ਸਬਸਿਡੀ ਹੈ ਉਹ ਜ਼ਿਮੀਂਦਾਰ ਦੇ ਖਾਤੇ ਵਿੱਚ ਆਊਗੀ, ਨਾ ਤਾਂ ਡੀਲਰ ਕੋਲ ਜਾਊਗੀ ਨਾ ਮੈਨੂਫੈਕਚਰਰ ਕੋਲ ਜਾਊਗੀ, ਇਹ ਜ਼ਿਮੀਂਦਾਰ ਦੇ ਖਾਤੇ 'ਚ ਸਿੱਧੇ ਆਊਗੀ। ਤੇ ਕੋਈ ਵੀ 'ਚ ਇਹ ਨਹੀਂ ਹੋ ਸਕਦਾ ਕਿ ਇਹ ਸਬਸਿਡੀ ਦੂਜੇ ਦੇ ਖਾਤੇ 'ਚ ਚਲੀ ਗਈ ਆ। ਜ਼ਿਮੀਂਦਾਰ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਨਹੀਂ ਮਿਲੀ ਸਬਸਿਡੀ, ਕਿਉਂਕਿ ਜ਼ਿਮੀਂਦਾਰ ਦਾ ਅਕਾਊਂਟ ਨੰਬਰ, ਉਹਦਾ ਨਾਂ, ਆਧਾਰ ਕਾਰਡ, ਪੈਨ ਕਾਰਡ ਸਾਰਾ ਕੁਝ ਆਲਰੇਡੀ ਪੋਰਟਲ 'ਤੇ ਰਜਿਸਟਰਡ ਹੈਗਾ। ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੋਈ ਵੀ ਕਿਸੇ ਵੀ ਲੈਵਲ 'ਤੇ ਕੋਈ ਵੀ ਲੂਪਹੋਲ ਹੈ ਜਾਂ ਕੋਈ ਸਬਸਿਡੀ ਦਾ ਇੱਧਰ ਉੱਧਰ ਹੋ ਸਕਦਾ। ਡਿਲੀਵਰੀ ਹੈ ਜੀ ਇਹ ਸਬਸਿਡੀ ਮਿਲਦੀ